ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾਂ ਸਹਸਾ ਸਗਲ ਮਿਟਾਇਆ। ਹਰਿ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ। ਗੁਰ ਪੂਰੇ ਤੇ ਪਾਈ ਰਹਾਉ, ਪ੍ਰਭ ਕੀ ਅਕਥ ਕਹਾਣੀ। ਜਨ ਬੋਲਹਿ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ। ਗੁਰ ਪੂਰੇ ਤੇ ਜਾਣੀ, ਪ੍ਰਭ ਕੀ ਅਕਥ ਕਹਾਣੀ। ਜਨ ਬੋਲਹਿ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ। ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਨਿਤਨੇਮ ਬਾਣੀਆਂ ਦੇ ਪਾਠ ਹੋਏ। ਗੁਰਮੰਤਰ ਦੇ ਜਾਪ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਸ ਤੋਂ ਬਾਅਦ ਜੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਇਲਾਹੀ ਫਰਮਾਨ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਸਮੁੱਚੀ ਮਾਨਵਤਾ ਦੇ ਭਲੇ ਲਈ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੋਰਠ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 625 ਅਤੇ 26 ਅੰਗ ਤੇ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ।
ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਸ਼ਬਦ ਦਾ ਮੁੱਖ ਭਾਵ ਰਹਾਉ ਵਾਲੀਆਂ ਪੰਕਤੀਆਂ ਵਿੱਚ ਹੁੰਦਾ ਹੈ ਤੇ ਇਸ ਪਾਵਨ ਪਵਿੱਤਰ ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ, ਹਰਿ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ। ਸਾਹਿਬ ਕਿਰਪਾ ਕਰਦੇ ਨੇ ਹਰੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਡਿਆਈ, ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ, ਇਹ ਜੀਵ ਨੂੰ ਅੱਠੇ ਪੈਰ ਕਰਨੀ ਚਾਹੀਦੀ ਹੈ। ਹਰ ਵੇਲੇ ਉਸ ਮਾਲਕ ਪ੍ਰਭੂ ਦੀ ਉਸਤਤ, ਉਹਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਪਰ ਸਾਹਿਬ ਜੀ ਕਹਿੰਦੇ ਦਾਤ ਮਿਲਦੀ ਕਿੱਥੋਂ ਹੈ? ਪੂਰੇ ਗੁਰੂ ਕੋਲੋਂ ਇਹ ਦਾਤ ਪ੍ਰਾਪਤ ਹੁੰਦੀ ਹੈ ਕਿ ਉਸ ਮਾਲਕ ਪ੍ਰਭੂ ਦੀ ਹਰ ਵੇਲੇ ਉਹਦੀ ਸਿਫਤ ਸਲਾਹ ਕਰਨੀ, ਉਹਦੀਆਂ ਵਡਿਆਈਆਂ ਕਰਨੀਆਂ। ਗੁਰੂ ਤੋਂ ਇਹ ਦਾਤ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਸਾਹਿਬ ਕਿਰਪਾ ਕਰਦੇ ਨੇ, ਗੁਰੂ ਹੀ ਅਸਲ ਵਿੱਚ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਜਦੋਂ ਸਾਨੂੰ ਵਡਿਆਈ ਦੱਸਦੇ ਨੇ, ਗੁਰੂ ਜਦੋਂ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਬਾਰੇ ਜੀਵ ਨੂੰ ਦੱਸਦੇ ਹਨ ਤਾਂ ਹੀ ਜੀਵ ਨੂੰ ਸਮਝ ਆਉਂਦੀ ਕਿ ਉਸ ਮਾਲਕ ਦੀ ਵਡਿਆਈ ਕਰਨੀ ਚਾਹੀਦੀ ਹੈ। ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ ਹੈ। ਗੁਰੂ ਨੇ ਪਰਮੇਸ਼ਰ ਬਾਰੇ ਸਾਨੂੰ ਦੱਸਣਾ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਰਮੇਸ਼ਰ ਦੇ ਬਾਰੇ ਜੀਵਾਂ ਨੂੰ ਇਹ ਦੱਸਿਆ ਕਿ ਭਾਈ ਉਹਦਾ ਕੋਈ ਰੂਪ ਰੰਗ ਵੇਖ ਭੇਖ, ਉਹਦੀ ਕੋਈ ਸ਼ਕਲ ਸੂਰਤ ਨਹੀਂ ਹੈ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਉਹ ਹੈ ਕੀ ਪਰਮਾਤਮਾ। ਮੂਲ ਮੰਤਰ ਵਿੱਚ ਸਾਰਾ ਉਹਦਾ ਸਰੂਪ ਬਿਆਨ ਕਰ ਦਿੱਤਾ ਕਿ ਉਹ ਪਰਮਾਤਮਾ ਇੱਕ ਹੈ ਤੇ ਸਰਬ ਵਿਆਪਕ ਹੈ। ਉਹਦਾ ਨਾਮ ਸਦੀਵੀ ਹੈ ਤੇ ਸਾਹਿਬ ਜੀ ਕਹਿੰਦੇ ਉਹ ਜਿੱਥੇ ਸਦੀਵੀ ਤੌਰ ਤੇ ਉਹਦਾ ਨਾਮ ਹੈ ਉੱਥੇ ਉਹ ਕਰਤਾ ਹੈ, ਸਭ ਕੁਝ ਬਣਾਉਣ ਵਾਲਾ ਪਰਮਾਤਮਾ ਹੈ। ਤੇ ਸਾਹਿਬ ਕਹਿੰਦੇ ਪੁਰਖ ਹੈ, ਭਾਵ ਕਿ ਸਭ ਕੁਝ ਬਣਾ ਕੇ ਉਸ ਦੇ ਵਿੱਚ ਉਹ ਆਪ ਸਮੋਇਆ ਹੋਇਆ ਹੈ, ਵਿਆਪਕ ਹੈ ਉਸ ਦੇ ਵਿੱਚ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਪਰਮਾਤਮਾ ਦੇ ਬਾਰੇ ਕਹਿੰਦੇ ਉਹ ਨਿਰਭਉ ਹੈ। ਉਹ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਨਿਰਵੈਰ ਹੈ। ਸਾਹਿਬ ਜੀ ਕਹਿੰਦੇ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹ ਅਕਾਲ ਮੂਰਤ ਹੈ, ਸਮੇਂ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ। ਉਹ ਬਚਪਨ ਜਵਾਨੀ ਬੁਢੇਪੇ ਵਿੱਚ ਨਹੀਂ ਆਉਂਦਾ। ਤੇ ਸਾਹਿਬ ਜੀ ਕਹਿੰਦੇ ਨੇ ਜਿੱਥੇ ਉਹ ਅਕਾਲ ਮੂਰਤ, ਉਹਦੀ ਸ਼ਕਲ ਸੂਰਤ ਕੋਈ ਨਹੀਂ ਹੈ, ਜਿਹਦੇ ਤੇ ਸਮਾਂ ਨਹੀਂ ਵਿਆਪਦਾ, ਉਹ ਅਜੂਨੀ ਹੈ, ਭਾਵ ਉਹ ਜੂਨਾਂ ਵਿੱਚ ਨਹੀਂ ਆਉਂਦਾ। ਤੇ ਸਾਹਿਬ ਕਹਿੰਦੇ ਨੇ ਸੈਭੰ, ਉਹਦਾ ਸੁਤੇ ਸਿੱਧ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਹੈ। ਤੇ ਐਸੇ ਪਰਮਾਤਮਾ ਦੇ ਬਾਰੇ ਜੇ ਕਿਸੇ ਜੀਵ ਨੇ ਜਾਣਨਾ ਹੈ ਤਾਂ ਸਾਹਿਬ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਬਾਰੇ ਜੀਵ ਨਹੀਂ ਕੁਝ ਜਾਣ ਸਕਦਾ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ ਤਾਂ ਸਤਿਗੁਰੂ ਗਰੀਬ ਨਿਵਾਜ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਬਾਰੇ ਦੱਸਦੇ ਨੇ ਕਿ ਭਾਈ ਉਹ ਸਰਬ ਵਿਆਪਕ ਪਰਮਾਤਮਾ ਹੈ। ਉਹਦੇ ਬਾਰੇ ਸਾਹਿਬ ਜੀ ਸਾਨੂੰ ਜਦੋਂ ਸਮਝਾਉਂਦੇ ਨੇ ਕਿ ਜਹ ਜਹ ਪੇਖੂੰ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਉਸ ਪਰਮਾਤਮਾ ਬਾਰੇ ਫਿਰ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਕਿ ਜਿੱਧਰ ਜਿੱਧਰ ਵੀ ਵੇਖੀਏ ਉਧਰ ਹੀ ਉਹ ਪਰਮਾਤਮਾ ਹੈ, ਹਾਜ਼ਰਾ ਹਜ਼ੂਰ ਹੈ, ਉਹ ਜ਼ਾਹਰਾ ਜ਼ਹੂਰ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਪਰਮਾਤਮਾ ਦੇ ਬਾਰੇ ਦੱਸਦਿਆਂ ਹੋਇਆਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਸਤਿਗੁਰੂ ਮਹਾਰਾਜ ਜੀ ਫਿਰ ਜਦੋਂ ਉਸ ਪਰਮਾਤਮਾ ਬਾਰੇ ਦੱਸਦੇ ਨੇ ਨਾ ਤਾਂ ਹੀ ਉਹਦੀ ਵਡਿਆਈ ਅਸੀਂ ਕਰਾਂਗੇ ਨਾ ਪਰਮੇਸ਼ਰ ਦੀ, ਤਾਂ ਹੀ ਉਹਦੀ ਸਿਫਤ ਸਲਾਹ ਕਰਾਂਗੇ, ਤਾਂ ਹੀ ਉਹਦਾ ਨਾਮ ਜਪਾਂਗੇ
ਜਿਹਦਾ ਨਾਮ ਜਪਣਾ ਹੈ, ਜਿਹਦੀ ਵਡਿਆਈ ਕਰਨੀ, ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਪ੍ਰਮਾਤਮਾ ਦੇ ਬਾਰੇ ਦੱਸਦਿਆਂ ਹੋਇਆਂ, ਕਹਿੰਦੇ ਉਹ ਕੋਟ ਬ੍ਰਹਿਮੰਡਾਂ ਦਾ ਮਾਲਕ ਹੈ ਤੇ ਸਾਰੇ ਜੀਵਾਂ ਦੀ ਸੰਭਾਲ ਉਹ ਕਰਦਾ ਹੈ ਪ੍ਰਮਾਤਮਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਪ੍ਰਭੂ ਪਰਮੇਸ਼ਰ ਦੇ ਬਾਰੇ ਜਦੋਂ ਦੱਸਦੇ ਨੇ ਤੇ ਸਾਹਿਬ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਸਾਰੇ ਜੀਵਾਂ ਨੂੰ ਉਹ ਪੈਦਾ ਕਰਦਾ ਹੈ। ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਸੇ ਬਾਰੇ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ, ਕਹਿੰਦੇ ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ ਉਹ ਜਿਹੜਾ ਮੇਰਾ ਮਾਲਕ ਹੈ, ਸਰਬ ਵਿਆਪਕ ਪਰਮਾਤਮਾ ਬਈ ਉਹ ਇੱਕ ਹੈ। ਜਦੋਂ ਭਗਤਾਂ ਨੂੰ ਪੁੱਛਿਆ ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਬਾਰੇ ਤੇ ਭਗਤਾਂ ਨੇ ਵੀ ਇਹੀ ਹੋਕਾ ਦਿੱਤਾ, ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਦੋਂ ਭਗਤਾਂ ਨੇ ਵੀ ਕਹਿ ਦਿੱਤਾ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਭਈ ਉਹ ਜਿਹੜਾ ਪ੍ਰਮਾਤਮਾ ਹੈ ਸਾਰੇ ਘਟਾਂ ਸਾਰੇ ਘਰਾਂ ਹਿਰਦੇ ਰੂਪੀ ਘਰਾਂ ਵਿੱਚ ਉਹ ਪਰਮਾਤਮਾ ਬੈਠਾ ਹੋਇਆ ਬੋਲ ਰਿਹਾ ਹੈ। ਤੇ ਜਿੱਧਰ ਵੀ ਦੇਖਦੇ ਹਾਂ ਉਧਰ ਪ੍ਰਭੂ ਪਰਮਾਤਮਾ ਪਰਮੇਸ਼ਰ ਸਾਰੇ ਬੰਨੇ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ, ਉਹ ਸਾਰੀ ਕੁਦਰਤ ਦੇ ਵਿੱਚ ਪ੍ਰਭੂ ਪਰਮਾਤਮਾ ਆਪ ਵਸਿਆ ਹੈ। ਤੇ ਉਸੇ ਬਾਰੇ ਸਾਹਿਬ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਸਾਹਿਬ ਜੀ ਕਹਿੰਦੇ ਹੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ, ਤੇਰਾ ਕੋਈ ਜੀਵ ਵੀ ਅੰਤ ਨਹੀਂ ਪਾ ਸਕਦਾ, ਸਾਰੇ ਬੰਨੇ ਕੁਦਰਤ ਕਰਕੇ ਪ੍ਰਭੂ ਪਰਮਾਤਮਾ ਆਪ ਹੀ ਹੈ। ਜਦੋਂ ਐਸੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸੇ ਪਰਮਾਤਮਾ ਦੇ ਬਾਰੇ ਸਾਨੂੰ ਦੱਸਦੇ ਨੇ, ਉਹਦੀ ਸਰਬ ਵਿਆਪਕਤਾ ਬਾਰੇ ਦੱਸਦੇ ਨੇ, ਫਿਰ ਜੀਵ ਨੂੰ ਪਤਾ ਚੱਲਦਾ ਹੈ ਕਿ ਜਿੱਧਰ ਵੀ ਮੈਂ ਤੱਕਦਾ, ਜਿੱਧਰ ਵੀ ਵੇਖਦਾ ਹਾਂ, ਉਸੇ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਹੀ ਸਾਰੇ ਬੰਨੇ ਉਹਦਾ ਆਪਣਾ ਹੀ ਸਰੂਪ ਹੈ, ਭਾਵ ਕਿ ਉਹਦਾ ਹੀ ਸਾਰਾ ਪਸਾਰਾ ਹੈ। ਕੁਦਰਤ ਵਿੱਚੋਂ ਹੀ ਉਸ ਪ੍ਰਭੂ ਪਰਮਾਤਮਾ ਕਾਦਰ ਨੂੰ ਜਿਹੜਾ ਹੈ ਜੀਵ ਨੇ ਵੇਖਣਾ ਹੈ, ਕੁਦਰਤ ਵਿੱਚੋਂ ਹੀ ਕਾਦਰ ਨੂੰ ਤੱਕਣਾ ਹੈ। ਤਾਂ ਜਦੋਂ ਦੀ ਕੁਦਰਤ ਜੀਵ ਦੇਖਦਾ ਹੈ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਦੋਂ ਜੀਵ ਵਿਸਮਾਦ ਵਿੱਚ ਜਾਂਦਾ ਹੈ। ਵਿਸਮਾਦ ਵਿੱਚ ਜਾ ਕੇ ਜੀਵ ਦੇਖਦਾ ਹੈ, ਜਦੋਂ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਪਸ਼ੂ ਪੰਛੀ ਤਰ੍ਹਾਂ ਤਰ੍ਹਾਂ ਦੇ ਜੀਵ ਇਹ ਫਲ ਆਦਿਕ ਦੇਖਦਾ, ਬਨਸਪਤੀ ਦੇਖਦਾ, ਇਹ ਸਾਰਾ ਕੁਝ ਤੱਕ ਕੇ ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਬਾਰੇ ਫਿਰ ਜੀਵ ਸੋਚਦਾ ਹੈ, ਇਹ ਪਰਮਾਤਮਾ ਇਹ ਜੋ ਕੁਝ ਤੂੰ ਬਣਾਇਆ ਹੈ ਇਹ ਕੋਈ ਦੁਨੀਆ ਦੇ ਵਿੱਚ ਹੋਰ ਬਣਾ ਨਹੀਂ ਸੀ ਸਕਦਾ, ਤੇ ਬਣਾਉਣ ਲੱਗਿਆ ਵੀ ਤੈਨੂੰ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੱਗਾ। ਇਹ ਸਾਰਾ ਕੁਝ ਸਾਜਣ ਵਿੱਚ ਪਰਮਾਤਮਾ ਤੂੰ ਕਿੰਨਾ ਕੁ ਟਾਈਮ ਲਾਇਆ। ਤੇ ਸਾਹਿਬ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਆਵਾਜ਼ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਸਾਰਾ ਪਸਾਰਾ ਕਰ ਦਿੱਤਾ, ਇੱਕ ਆਵਾਜ਼ ਨਾਲ ਹੀ ਪਰਮਾਤਮਾ ਨੇ ਸਾਰਾ ਕੁਝ ਸਾਜ ਦਿੱਤਾ ਹੈ। ਤੇ ਸਤਿਗੁਰੂ ਕਹਿੰਦੇ ਇਸੇ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਸ਼ੁਰੂ ਹੋ ਗਏ ਜੋ ਪਰਮਾਤਮਾ ਨੇ ਸ਼ੁਰੂ ਕੀਤੇ। ਅੱਜ ਦੇ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਉਹਦੀ ਭਈ ਵਡਿਆਈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਸ ਮਾਲਕ ਦੇ ਗੁਣ ਗਾਉਣੇ ਚਾਹੀਦੇ ਨੇ। ਕਿਸ ਮਾਲਕ ਦੇ ਗੁਣ ਗਾਉਣੇ ਨੇ? ਜਿਹੜਾ ਸਰਬ ਵਿਆਪਕ ਹੈ, ਉਸ ਮਾਲਕ ਦੇ, ਉਸ ਪਰਮਾਤਮਾ ਦੇ ਜਿਹਨੇ ਸਾਰਿਆਂ ਨੂੰ ਬਣਾਇਆ ਹੈ, ਸਭ ਨੂੰ ਸੰਭਾਲ ਕਰਦਾ ਹੈ, ਸਭ ਨੂੰ ਰਿਜ਼ਕ ਦੇ ਰਿਹਾ ਹੈ, ਉਹਦੀ ਵਡਿਆਈ ਕਰਨੀ, ਉਹਦੀ ਸਿਫਤ ਸਲਾਹ ਕਰਨੀ ਹੈ। ਤੋ ਸਾਹਿਬ ਕਿਰਪਾ ਕਰਦੇ ਨੇ ਕਿ ਵੀ ਨਾਮ ਦੀ ਬੜੀ ਉਪਮਾ ਹੈ, ਬੜੀ ਨਾਮ ਦੀ ਵਡਿਆਈ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸ਼ਬਦ ਪੜ੍ਹਦੇ ਹਾਂ ਤਾਂ ਸਾਹਿਬ ਜੀ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਬਹੁਤ ਵਡਿਆਈ ਕੀਤੀ ਹੈ। ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਜੇ ਕੋਈ ਜੀਵ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ ਕਰਦਾ ਹੈ, ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਜਿਸ ਇਨਸਾਨ ਨੂੰ, ਜਿਸ ਮਨੁੱਖ ਨੂੰ ਕੋਈ ਜਾਣਦਾ ਨਾ ਹੋਵੇ, ਉਹ ਜੇ ਪਰਮਾਤਮਾ ਦੀ ਵਡਿਆਈ ਕਰਨ ਲੱਗ ਪਵੇ, ਪਰਮੇਸ਼ਰ ਦੀ ਸਿਫਤ ਸਲਾਹ ਕਰਨ ਲੱਗ ਪਵੇ, ਤਾਂ ਸਾਹਿਬ ਕਹਿੰਦੇ ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪ ਤੋ ਚੌਹੋਂ ਕੁੰਟ ਮਾਨੈ। ਸਤਿਗੁਰੂ ਕਹਿੰਦੇ 4 ਕੁੰਟਾਂ ਦੇ ਵਿੱਚ ਭਾਵ ਕਿ ਸਾਰੇ ਬੰਨੇ ਉਹ ਜਾਣਿਆ ਜਾਵੇਗਾ ਜਿਹੜਾ ਜੀਵ ਪ੍ਰਭੂ ਦੀ ਵਡਿਆਈ ਸਿਫਤ ਸਲਾਹ ਕਰੇਗਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਹਾਂ ਤੇ ਭਗਤ ਕਬੀਰ ਸਾਹਿਬ ਜੀ ਨੇ 2 ਭਗਤਾਂ ਦੀ ਉਦਾਹਰਨ ਦਿੱਤੀ ਜਿਨ੍ਹਾਂ ਪਰਮਾਤਮਾ ਦੀ ਵਡਿਆਈ ਕੀਤੀ, ਪਰਮੇਸ਼ਰ ਦਾ ਨਾਮ ਜਪਿਆ। ਉਹਨਾਂ ਦੇ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਦੇਖੋ ਭਾਈ, ਉਮਰਾਂ ਭਾਵੇਂ ਉਹਨਾਂ ਦੀਆਂ ਛੋਟੀਆਂ ਨੇ,
ਪਰ ਨਿਰੰਕਾਰ ਪਰਮਾਤਮਾ ਨਾਲ ਸਾਂਝ ਪਾਈ ਤੇ ਅੱਜ ਵੀ ਉਹਨਾਂ ਨੂੰ ਦੁਨੀਆ ਉਸੇ ਤਰ੍ਹਾਂ ਹੀ ਯਾਦ ਕਰਦੀ ਹੈ ਜਿਵੇਂ ਉਹਨਾਂ ਸਮਿਆਂ ਤੇ ਉਹਨਾਂ ਦੇ ਨਾਂ ਸੀ। ਇਹ ਰਹਿੰਦੀ ਦੁਨੀਆ ਤਾਂ ਉਹਨਾਂ ਦੇ ਨਾਮ ਸਦਾ ਰਹਿਣਗੇ, ਕਿਉਂਕਿ ਉਹਨਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤੇ ਨੇ। ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਭਗਤ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਧਰੂ ਤੇ ਪ੍ਰਹਿਲਾਦ ਨੇ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਸਿਫਤ ਸਲਾਹ ਕੀਤੀ, ਇਸ ਤਰ੍ਹਾਂ ਸਾਨੂੰ ਮਾਲਕ ਦੀ ਸਿਫਤ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਦੀ ਵਡਿਆਈ ਜਦੋਂ ਜੀਵ ਕਰਦਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਵਿੱਚ ਚਮਰੇਟਾ। ਭਾਈ ਗੁਰਦਾਸ ਜੀ ਕਹਿੰਦੇ ਨੇ ਹੈ ਤਾਂ ਉਹ ਚਮੜੇ ਦਾ ਕੰਮ ਕਰਨ ਵਾਲਾ ਰਵਿਦਾਸ ਹੈ, ਪਰ ਜਦੋਂ ਮਾਲਕ ਦੇ ਚਰਨਾਂ ਨਾਲ ਜੁੜ ਗਿਆ, ਪਰਮੇਸ਼ਰ ਦੀ ਵਡਿਆਈ ਕਰਨ ਲੱਗ ਪਿਆ ਰਵਿਦਾਸ ਭਗਤ, ਤੇ ਚੌਂ ਚੱਕਾਂ ਵਿੱਚ ਉਹ ਜਾਣਿਆ ਗਿਆ। ਭਾਵ ਹਰ ਬੰਨੇ ਰਵਿਦਾਸ ਭਗਤ ਦੀ ਪਹਿਚਾਣ ਹੋ ਗਈ, ਹਰ ਬੰਨੇ ਉਹਨੂੰ ਜਾਣਿਆ ਜਾਣ ਲੱਗਾ। ਉਦੋਂ ਭਗਤ ਭਗਤ ਲੋਕੀ ਕਹਿਣ ਲੱਗ ਪਏ, ਕਿਉਂਕਿ ਨੇ ਪਰਮਾਤਮਾ ਦੀ ਵਡਿਆਈ, ਉਹਨੇ ਸਿਫਤ ਕੀਤੀ ਪਰਮੇਸ਼ਰ ਦੀ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮਾਲਕ ਦੇ ਗੁਣ ਗਾਉਣੇ ਚਾਹੀਦੇ ਨੇ ਹਰ ਵੇਲੇ। ਆਠ ਪਹਿਰ ਗੁਣ ਗਾਈ, ਅੱਠੇ ਪੈਰ ਮਾਲਕ ਨੂੰ ਯਾਦ ਕਰਨਾ ਚਾਹੀਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ ਸਨ, ਤੇ ਇੱਕ ਸਿੱਖ ਨੇ ਆ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਵਾਲ ਕਰ ਦਿੱਤਾ, ਬੇਨਤੀ ਕੀਤੀ, ਮਹਾਰਾਜ ਆਪ ਜੀ ਰੋਜ਼ਾਨਾ ਉਪਦੇਸ਼ ਦਿੰਦੇ ਹੋ ਕਿ ਬਾਣੀ ਪੜ੍ਹਨੀ ਚਾਹੀਦੀ ਹੈ, ਸਿੱਖ ਨੂੰ ਗੁਰਬਾਣੀ ਇਹਦਾ ਜੀਵਨ ਹੈ। ਮਹਾਰਾਜ ਤੁਸੀਂ ਹਰ ਰੋਜ਼ ਕਹਿੰਦੇ ਹੋ ਕਿ ਸਿੱਖ ਆਪਣਾ ਨਿਤਨੇਮ ਜਪਜੀ ਸਾਹਿਬ ਦਾ ਪਾਠ ਕਰੇ, ਸੋਦਰ ਦਾ ਪਾਠ ਕਰੇ। ਸੱਚੇ ਪਾਤਸ਼ਾਹ ਜੀ ਆਪ ਜੀ ਰੋਜ਼ਾਨਾ ਉਪਦੇਸ਼ ਦਿੰਦੇ ਹੋ ਬਾਣੀ ਪੜ੍ਹਨ ਦਾ, ਤੇ ਉਹ ਸਿੱਖ ਨੇ ਕਹਿ ਦਿੱਤਾ ਕਿ ਮਹਾਰਾਜ ਕੀ ਇੱਕ ਦਿਨ ਹੀ ਬਾਣੀ ਪੜ੍ਹਨ ਨਾਲ ਗੁਜ਼ਾਰਾ ਨਹੀਂ ਹੋ ਸਕਦਾ, ਵੀ ਜਪਜੀ ਸਾਹਿਬ ਇੱਕੋ ਦਿਨ ਕਰ ਲਈਏ ਤੇ ਮੁੜ ਕੇ ਲੋੜ ਹੀ ਨਾ ਪਵੇ। ਰੋਜ਼ਾਨਾ ਕਿਉਂ? ਬਾਰ-ਬਾਰ ਬਾਣੀ ਤੁਸੀਂ ਕਹਿੰਦੇ ਹੋ ਪੜ੍ਹੋ, ਬਾਰ-ਬਾਰ ਸਿਮਰਨ ਕਰੋ। ਮਹਾਰਾਜ ਇੱਕੇ ਦਿਨ ਹੀ ਬਹਿ ਕੇ 2 4 5 8 ਘੰਟੇ ਜੇ ਸਿਮਰਨ ਕਰ ਲਈਏ ਤਾਂ ਮੁੜ ਕੇ ਜ਼ਰੂਰਤ ਹੀ ਕੋਈ ਨਾ ਪਵੇ, ਲੋੜ ਹੀ ਕੋਈ ਨਾ ਪਵੇ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਵਾਲ ਸੁਣ ਲਿਆ। ਮੇਰੇ ਸਾਹਿਬ ਨੇ ਉਸ ਵੇਲੇ ਮੌਕੇ ਤੇ ਇਹਦਾ ਉੱਤਰ ਨਹੀਂ ਦਿੱਤਾ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਵਾਲ ਸੁਣ ਲਿਆ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਦੇ ਵਿੱਚ ਵਿਚਾਰ ਵਟਾਂਦਰੇ ਉਪਦੇਸ਼ ਦਿੰਦੇ ਰਹੇ। ਸਿੱਖ ਚਲਿਆ ਗਿਆ। ਅਗਲਾ ਦਿਨ ਹੋਇਆ ਤੇ ਸਿੱਖ ਫੇਰ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ। ਤੇ ਜਦੋਂ ਇਹ ਆਉਂਦਾ ਸੀ ਤੇ ਇਹ ਸੇਵਾ ਕੀ ਕਰਦਾ ਸੀ, ਇਹਨੇ ਝਾੜੂ ਫੇਰਨ ਦੀ ਸੇਵਾ ਕਰਨੀ। ਆਉਣਾ ਤੇ ਇਹਨੇ ਝਾੜੂ ਫੇਰਨਾ ਸ਼ੁਰੂ ਕਰ ਦੇਣਾ। ਅੱਜ ਨੇ ਝਾੜੂ ਨੂੰ ਹੱਥ ਪਾਇਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ, ਕਹਿਣ ਲੱਗੇ ਉਹ ਜਿਹੜਾ ਸਿੱਖ ਹੱਥ ਵਿੱਚ ਝਾੜੂ ਫੜੀ ਬੈਠਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਨੂੰ ਕਹੋ ਵੀ ਝਾੜੂ ਰੱਖ ਦੇਵੇ, ਉਹਨੂੰ ਕੋਈ ਝਾੜੂ ਨਹੀਂ ਫੇਰਨਾ। ਉਹਨੂੰ ਕਹੋ ਸਾਡਾ ਹੁਕਮ ਹੈ ਕਿ ਉਹ ਸੰਗਤ ਵਿੱਚ ਬੈਠੇ, ਜਿਹੜੇ ਸੰਗਤਾਂ ਦੇ ਦਰਸ਼ਨ ਕਰੇ, ਬਾਣੀ ਪੜ੍ਹੇ ਸੁਣੇ, ਤੇ ਉਹਨੂੰ ਕਹਿ ਦਿਓ ਕਿ ਝਾੜੂ ਦੀ ਸੇਵਾ ਉਹਨੇ ਨਹੀਂ ਕਰਨੀ, ਝਾੜੂ ਨਹੀਂ ਦੇਣਾ। ਜਾ ਕੇ ਸਿੱਖ ਨੇ ਕਹਿ ਦਿੱਤਾ ਕਿ ਗੁਰੂ ਮਹਾਰਾਜ ਜੀ ਨੇ ਰੋਕਿਆ ਹੈ, ਤੂੰ ਝਾੜੂ ਨਹੀਂ ਫੇਰਨਾ। ਬੈਠ ਗਿਆ, ਸਾਰਾ ਦਿਨ ਬੈਠਾ ਰਿਹਾ, ਫਿਰ ਚਲਿਆ ਗਿਆ ਆਪਣੇ ਘਰ ਨੂੰ। ਅਗਲਾ ਦਿਨ ਹੋਇਆ, ਫਿਰ ਆਇਆ। ਫਿਰ ਉਹਨੇ ਆਉਂਦਿਆਂ ਸਾਰ ਝਾੜੂ ਫੜਿਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਸਿੱਖ ਨੂੰ ਭੇਜਿਆ, ਕਹਿੰਦੇ ਉਹ ਸਿੱਖ ਨੂੰ ਕਹੋ ਕਿ ਉਹਨੇ ਝਾੜੂ ਨਹੀਂ ਫੇਰਨਾ। ਫਿਰ ਰੋਕ ਦਿੱਤਾ। ਦੂਜੇ ਦਿਨ ਵੀ, ਤੀਜਾ ਦਿਨ ਹੋਇਆ ਤੇ ਜਦੋਂ ਝਾੜੂ ਨੂੰ ਹੱਥ ਪਾਇਆ, ਫਿਰ ਗੁਰੂ ਅਮਰਦਾਸ ਮਹਾਰਾਜ ਨੇ ਸਿੱਖ ਭੇਜਿਆ। ਜੋ ਤੀਜੇ ਦਿਨ ਸਿੱਖ ਨੇ ਜਾ ਕੇ ਕਿਹਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਕਹਿੰਦੇ ਨੇ ਕਿ ਤੂੰ ਝਾੜੂ ਦੀ ਸੇਵਾ ਨਹੀਂ ਕਰਨੀ, ਤੂੰ ਝਾੜੂ ਨਹੀਂ ਫੇਰਨਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਆ ਕੇ ਕਹਿਣ ਲੱਗਾ, ਮਹਾਰਾਜ ਮੇਰੇ ਕੋਲੋਂ ਕੀ ਗੁਨਾਹ ਹੋਇਆ, ਕੀ ਗਲਤੀ ਹੋਈ ਹੈ ਮਹਾਰਾਜ, ਆਪ ਜੀ ਮੈਨੂੰ ਇਹ ਸੇਵਾ ਨਹੀਂ ਕਰਨ ਦਿੰਦੇ। ਮੈਂ ਰੋਜ਼ ਝਾੜੂ ਨੂੰ ਹੱਥ ਪਾਉਣਾ ਤੇ ਸਿੱਖ ਜਾ ਕੇ ਰੋਕ ਦਿੰਦੇ ਨੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਵੀ ਕੀ ਜ਼ਰੂਰਤ ਹੈ ਝਾੜੂ ਫੇਰਨ ਦੀ, ਕਾਹਦੇ ਵਾਸਤੇ ਫੇਰਨਾ? ਮਹਾਰਾਜ ਦੇਖੋ ਜਿੰਨੀ ਜਗ੍ਹਾ ਤੇ ਮੈਂ ਝਾੜੂ ਫੇਰਦਾ ਨਾ, ਸਾਰਿਆਂ ਨੂੰ ਪਤਾ ਕਿ ਇੰਨੀ ਕੁ ਜਗ੍ਹਾ ਤੇ ਇਹੋ ਹੀ ਝਾੜੂ ਫੇਰਦਾ ਹੈ। ਮਹਾਰਾਜ ਉਸ ਜਗ੍ਹਾ ਤੇ ਹੋਰ ਕਿਸੇ ਨੇ ਝਾੜੂ ਨਹੀਂ ਲਾਇਆ, ਪੋਚਾ ਨਹੀਂ ਲਾਇਆ, ਝਾੜੂ ਨਹੀਂ ਫੇਰਿਆ। ਤੇ ਗੁਰੂ ਅਮਰਦਾਸ ਜੀ ਕਹਿੰਦੇ ਫਿਰ ਕੀ ਹੋਇਆ ਨਹੀਂ ਫੇਰਿਆ? ਮਹਾਰਾਜ ਦੇਖੋ ਕਿੰਨਾ ਉੱਥੇ ਗੰਦ ਕਿੰਨਾ ਪੈ ਗਿਆ ਹੈ, ਜਿੱਥੇ ਝਾੜੂ ਨਹੀਂ ਫੇਰਿਆ ਉੱਥੇ ਗੰਦ ਬਹੁਤ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਕੀ ਹੋਇਆ? ਮਹਾਰਾਜ ਇਹ ਗੰਦ ਚੰਗਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਜੋ 2 4 ਦਿਨ ਜੇ ਹੋਰ ਨਾ ਝਾੜੂ ਦਿੱਤਾ ਤੇ ਮਹਾਰਾਜ ਇਹਦੇ ਤੇ ਖਲੋਣਾ ਮੁਸ਼ਕਲ ਹੋ ਜਾਏਗਾ।
ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਬੈਠ ਬਈ ਸਿੱਖਾ, ਤੇਰੇ ਸਵਾਲ ਦਾ ਜਵਾਬ ਹੈ। ਮਹਾਰਾਜ ਮੇਰੇ ਸਵਾਲ ਦਾ ਜਵਾਬ ਝਾੜੂ ਨਾਲ ਕੀ? ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦਿਨ ਅਜੇ 3 ਹੀ ਹੋਏ ਨੇ, ਤੇ 3 ਦਿਨ ਹੋਣ ਤੇ ਤੈਨੂੰ ਇਹ ਲੱਗਣ ਲੱਗ ਪਿਆ ਕਿ ਇਸ ਜਗ੍ਹਾ ਤੇ ਝਾੜੂ ਨਹੀਂ ਦਿੱਤਾ ਤੇ ਜਗ੍ਹਾ ਕਿੰਨੀ ਗੰਦਗੀ ਵਾਲੀ ਹੋ ਗਈ ਹੈ, ਕਿੰਨਾ ਇੱਥੇ ਗੰਦ ਪੈ ਗਿਆ। ਜੇ 2-4 ਦਿਨ ਹੋਰ ਨਾ ਝਾੜੂ ਦਿੱਤਾ ਤੇ ਹੋਰ ਗੰਦ ਪੈ ਜਾਏਗਾ, ਬਦਬੂ ਆਉਣ ਲੱਗ ਪਏਗੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੂੰ ਸਵਾਲ ਕੀਤਾ ਸੀ ਕਿ ਇੱਕ ਦਿਨ ਹੀ ਬਾਣੀ ਪੜ੍ਹਨ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਤਾਂ ਜਗ੍ਹਾ 3 ਦਿਨ ਸਾਫ਼ ਨਹੀਂ ਹੋਈ ਤੇ ਤੈਨੂੰ ਇਹਦੇ ਤੋਂ ਹੀ ਘਿਰਨਾ ਹੋਣ ਲੱਗ ਪਈ ਹੈ। ਪਰ ਜਿਹੜਾ ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ, ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਓ। ਜਿਹੜਾ ਜਨਮਾਂ ਜਨਮਾਤਰਾਂ ਦਾ ਮਨ ਮੈਲਾ ਹੈ, ਤੂੰ ਕਹਿਣਾ ਇੱਕ ਦਿਨ ਨਾ ਬਾਣੀ ਪੜ੍ਹਨ ਨਾਲ ਹੀ ਸਾਫ਼ ਹੋ ਜਾਏਗਾ, ਤੂੰ ਕਹਿਣਾ ਕੁਝ ਘੰਟੇ ਹੀ ਪਾਠ ਕਰਨ ਨਾਲ ਗੱਲ ਬਣ ਜਾਏਗੀ। ਗੁਰੂ ਸਾਹਿਬ ਜੀ ਕਹਿੰਦੇ ਨੇ ਜਨਮਾਂ ਜਨਮਾਤਰਾਂ ਦੀ ਮੈਲ ਇਸ ਮਨ ਨੂੰ ਲੱਗੀ ਹੈ ਤੇ ਇੱਕ ਦਿਨ ਵਿੱਚ ਸਾਫ਼ ਕਿੱਦਾਂ ਹੋ ਸਕਦਾ ਹੈ? ਇਹਨੂੰ ਵੀ ਇਸੇ ਤਰ੍ਹਾਂ 8 ਪੈਰ ਮਾਲਕ ਦੇ ਗੁਣ ਗਾਉਣ ਨਾਲ ਹੀ ਇਸ ਮਨ ਦੀ ਸਫਾਈ ਹੋ ਸਕਦੀ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਕਰਕੇ ਢੰਗ ਤਰੀਕਾ ਸਾਨੂੰ ਦੱਸਿਆ ਕਿ ਇਸ ਦੀ ਸਫਾਈ 8 ਪੈਰ ਜਾਪ ਕਰਨ ਨਾਲ ਹੀ ਹੋ ਸਕਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਅਸੀਂ ਰੋਜ਼ ਹੀ ਬਚਨ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ, ਜਿਹਦੇ ਵਿੱਚ 2 ਉਦਾਹਰਨਾਂ ਗੁਰੂ ਸਾਹਿਬ ਪਹਿਲਾਂ ਦਿੰਦੇ ਨੇ ਕਿ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇ। ਸਤਿਗੁਰੂ ਕਹਿੰਦੇ ਨੇ ਜਿਵੇਂ ਸਰੀਰ ਨੂੰ ਘੱਟਾ ਮਿੱਟੀ ਲੱਗ ਜਾਏ ਤੇ ਪਾਣੀ ਨਾਲ ਸਾਫ਼ ਕਰੀਦਾ ਹੈ, ਮੂਤ ਪਲੀਤੀ ਕੱਪੜ ਹੋਏ, ਜਿਵੇਂ ਕੱਪੜਾ ਬਸਤਰ ਆਦਿਕ ਪਲੀਤ ਹੋ ਜਾਏ, ਮੈਲਾ ਹੋ ਜਾਏ, ਦੇ ਸਾਬੂਨ ਲਈਏ ਉਹ ਧੋਏ। ਇਸ ਨੂੰ ਸਾਬਣ ਤੇ ਪਾਣੀ ਨਾਲ ਧੋਤਾ ਜਾਂਦਾ ਹੈ। ਸਾਹਿਬ ਜੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੇ ਰੰਗ। ਜਿਹੜਾ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਹੈ, ਇਹਦੇ ਨਾਲ ਵੀ ਸਾਡਾ ਮਨ ਧੋਤਾ ਜਾਂਦਾ ਹੈ, ਮਨ ਦੀ ਸਫਾਈ ਹੁੰਦੀ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਉਸ ਮਾਲਕ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ, ਪਰ ਇਹ ਦਾਤ ਮਿਲੇ ਕਿੱਥੋਂ? ਕਹਿੰਦੇ ਗੁਰ ਪੂਰੇ ਤੇ ਪਾਈ। ਇਹ ਪੂਰੇ ਗੁਰੂ ਕੋਲੋਂ ਹੀ ਦਾਤ ਮਿਲਦੀ ਹੈ ਕਿ 8 ਪੈਰ ਮਾਲਕ ਦੀ ਵਡਿਆਈ ਕਰਨੀ, ਉਸ ਦੇ ਗੁਣ ਗਾਉਣੇ, ਉਹਦੀ ਸਿਫਤ ਸਲਾਹ ਕਰਨੀ, ਕਿਉਂਕਿ ਪੂਰਾ ਗੁਰੂ ਹੀ ਸਾਨੂੰ ਪਰਮਾਤਮਾ ਦੇ ਬਾਰੇ ਦੱਸਦਾ ਹੈ। ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ। ਸਾਹਿਬ ਜੀ ਕਹਿੰਦੇ ਉਸ ਮਾਲਕ ਦੀ ਵਡਿਆਈ, ਉਹਦੀ ਸਿਫਤ ਸਲਾਹ ਕਰੀਏ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੇ ਪਹਿਲੇ ਬੰਦ ਵਿੱਚ ਕਿਰਪਾ ਕਰ ਰਹੇ ਨੇ। ਜਿਤ ਪਾਰ ਬ੍ਰਹਮ ਚਿਤ ਆਇਆ। ਸਾਹਿਬ ਜੀ ਕਹਿੰਦੇ ਨੇ ਜਿਸ ਜੀਵ ਨੂੰ ਪ੍ਰਭੂ ਪਰਮਾਤਮਾ ਪਰਮੇਸ਼ਰ ਪਾਰ ਬ੍ਰਹਮ ਚਿਤ ਆਇਆ, ਚੇਤੇ ਵਿੱਚ ਆ ਗਿਆ, ਯਾਦ ਵਿੱਚ ਆ ਗਿਆ, ਅਸੀਂ ਇਉਂ ਕਹਿ ਸਕਦੇ ਹਾਂ ਕਿ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਪਰ ਸਾਡੇ ਚੇਤੇ ਵਿੱਚ ਨਹੀਂ ਹੈ। ਹੈ ਤਾਂ ਬਿਲਕੁਲ ਨੇੜੇ ਹੈ, ਪਰ ਚੇਤੇ ਵਿੱਚ ਹੀ ਨਹੀਂ ਹੈ। ਤੇ ਚੇਤਾ ਹਮੇਸ਼ਾ ਜੀਵ ਦਾ ਉਸ ਚੀਜ਼ ਦਾ ਉਸ ਦਾ ਹੀ ਹੁੰਦਾ ਹੈ ਜਿਹਦੇ ਨਾਲ ਲਗਾਓ ਹੋਵੇ, ਸਨੇਹ ਹੋਵੇ, ਪਿਆਰ ਹੋਵੇ, ਉਹੀ ਚੀਜ਼ ਚੇਤੇ ਵਿੱਚ ਰਹਿੰਦੀ ਹੈ। ਜੇ ਪਰਮਾਤਮਾ ਨਾਲ ਪਿਆਰ ਹੋਏਗਾ, ਸਨੇਹ ਹੋਏਗਾ, ਤਾਂ ਪਰਮਾਤਮਾ ਚੇਤੇ ਵਿੱਚ ਰਹੇਗਾ। ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਹਿਰਦੇ ਵਿੱਚ, ਚਿੱਤ ਵਿੱਚ ਜਿਨ੍ਹਾਂ ਦੇ ਆ ਗਿਆ, ਜਿਨ੍ਹਾਂ ਨੂੰ ਹਰ ਵੇਲੇ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਨਾਲ ਮਨ ਜਿਨ੍ਹਾਂ ਦਾ ਲੱਗ ਗਿਆ ਹੈ, ਭਾਵ ਕਿ ਜਿਨ੍ਹਾਂ ਦਾ ਚਿੱਤ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ ਹੈ, ਹਰ ਵੇਲੇ ਪਾਰ ਬ੍ਰਹਮ ਪਰਮੇਸ਼ਰ ਨੂੰ ਉਹ ਯਾਦ ਕਰਦੇ ਨੇ। ਸਾਹਿਬ ਕਹਿੰਦੇ ਜਿਤ ਜਿਸ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਚਿੱਤ ਆਇਆ, ਚਿੱਤ ਵਿੱਚ ਆ ਗਿਆ ਜਿਨ੍ਹਾਂ ਦੇ, ਸਾਹਿਬ ਕਹਿੰਦੇ ਸੋ ਘਰ ਦਈ ਵਸਾਇਆ। ਸਾਹਿਬ ਕਹਿੰਦੇ ਪ੍ਰਭੂ ਪਰਮਾਤਮਾ ਨੇ ਹਿਰਦਾ ਰੂਪੀ ਘਰ ਗੁਣਾਂ ਨਾਲ ਭਰਪੂਰ ਕਰ ਦਿੱਤਾ। ਘਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਰੂਪਾਂ 'ਚ ਆਇਆ ਹੈ। ਇੱਕ ਘਰ ਸ਼ਬਦ ਆਉਂਦਾ ਹੈ, ਜਿਵੇਂ ਇਸੇ ਸ਼ਬਦ ਤੋਂ ਪਹਿਲਾ ਸ਼ਬਦ ਜਿਹੜਾ ਹੈ ਉਹਦੇ ਵਿੱਚ ਹੈ ਘਰ ਤੀਜਾ, 2 ਪਦੇ। ਤੇ ਘਰ ਤੀਜਾ ਤੋਂ ਭਾਵ ਹੈ ਗਾਉਣ ਨਾਲ, ਭਾਵ ਕਿ ਰਾਗ ਦੇ ਨਾਲ, ਤਾਲ ਦੇ ਨਾਲ ਸੰਬੰਧਿਤ। ਉੱਥੇ ਘਰ ਤਾਲ ਦੇ ਨਾਲ ਸੰਬੰਧਿਤ ਹੈ। ਤੇ ਇੱਕ ਆਉਂਦਾ ਹੈ ਕਬੀਰ ਜਹ ਘਰ ਸਾਧ ਨ ਸੇਵੀਏ ਹਰ ਕੀ ਸੇਵਾ ਨਾ ਹੈ। ਉੱਥੇ ਸਾਡਾ ਘਰ ਪਰਿਵਾਰ ਦੀ ਗੱਲ ਆ ਗਈ ਜਿਸ ਵਿੱਚ ਅਸੀਂ ਰਹਿੰਦੇ ਹਾਂ। ਇੱਕ ਆਉਂਦਾ ਹੈ ਘਰ ਕਾ ਮਾਸ ਚੰਗੇਰਾ, ਉੱਥੇ ਔਰਤ ਨੂੰ ਘਰ ਕਿਹਾ ਗਿਆ ਹੈ। ਖੁਸਰੇ ਕਿਆ ਘਰ ਵਾਸ, ਤੇ ਉੱਥੇ ਉਹ ਘਰ ਸ਼ਬਦ ਆਇਆ ਇਸਤਰੀ ਵਾਸਤੇ। ਸੋ ਇਸ ਤਰ੍ਹਾਂ ਕਰਕੇ ਜਿਹੜਾ ਗੁਰਬਾਣੀ ਦੇ ਅੰਦਰ ਘਰ ਜਿਹੜਾ ਸ਼ਬਦ ਹੈ ਕਈ ਰੂਪਾਂ ਦੇ ਵਿੱਚ ਆਉਂਦਾ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ। ਸੋ ਘਰ, ਇੱਥੇ ਘਰ ਦਾ ਅਰਥ ਹੈ ਹਿਰਦਾ। ਸਾਹਿਬ ਜੀ ਕਹਿੰਦੇ ਹਿਰਦੇ ਰੂਪੀ ਘਰ ਦੇ ਵਿੱਚ
ਪ੍ਰਭੂ ਪਰਮਾਤਮਾ ਨੇ ਕੀ ਕੀਤਾ, ਜਦੋਂ ਪਰਮੇਸ਼ਰ ਆ ਗਿਆ, ਚਿੱਤ ਵਿੱਚ ਯਾਦ ਵਿੱਚ ਆ ਗਿਆ, ਤੇ ਉਹਨੇ ਹਿਰਦਾ ਰੂਪੀ ਘਰ ਗੁਣਾਂ ਦੇ ਨਾਲ ਭਰਪੂਰ ਕਰਤਾ। ਦਈ ਵਸਾਇਆ, ਦਈ ਮੈਨੇ ਪਰਮਾਤਮਾ ਹੈ, ਵਸਾਇਆ ਤੋਂ ਭਾਵ ਹੈ ਗੁਣਾਂ ਨਾਲ ਭਰਪੂਰ ਕਰਤਾ। ਗੁਣ ਹੀ ਗੁਣ ਹੁਣ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਪ੍ਰਗਟ ਕਰ ਦਿੱਤੇ ਹਨ। ਸਾਹਿਬ ਕਹਿੰਦੇ ਸੁਖ ਸਾਗਰ ਗੁਰ ਪਾਇਆ। ਜਦੋਂ ਸੁੱਖਾਂ ਦਾ ਸਾਗਰ ਗੁਰੂ ਮਿਲ ਜਾਏ, ਭਾਵ ਜੀ ਦੇ ਕੋਲੇ ਹੈ ਹੀ ਸੁੱਖ ਨੇ, ਹੈ ਹੀ ਸੁੱਖ ਨੇ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਬਚਨ ਆਉਂਦਾ ਹੈ, ਸਾਹਿਬ ਜੀ ਕਹਿੰਦੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਤਾਂ ਰੋਗ ਹੀ ਕੋਈ ਨਹੀਂ ਗੁਰੂ ਨੂੰ। ਸਾਹਿਬ ਜੀ ਕਹਿੰਦੇ ਉਹ ਹੈ ਹੀ ਸੁੱਖਾਂ ਦਾ ਸਾਗਰ ਹੈ, ਤੇ ਸੁੱਖਾਂ ਦੇ ਸਾਗਰ ਕੋਲੇ ਜਦੋਂ ਕੋਈ ਆਏਗਾ ਤੇ ਸੁੱਖ ਹੀ ਮਿਲਣਗੇ। ਤੋ ਸਾਹਿਬ ਕਿਰਪਾ ਕਰਦੇ ਨੇ, ਜਿਨ੍ਹਾਂ ਜੀਵਾਂ ਨੇ ਸੁੱਖ ਸਾਗਰ ਪਰਮਾਤਮਾ ਨੂੰ ਪਾ ਲਿਆ, ਗੁਰੂ ਨੂੰ ਪਾ ਲਿਆ ਹੈ, ਉਹਦੇ ਨਾਲ ਸਾਂਝ ਬਣਾ ਲਈ ਹੈ, ਤਾਂ ਕੀ ਕਿਰਪਾ ਹੋਈ, ਤਾਂ ਸਹਿਸਾ ਸਗਲ ਮਿਟਾਇਆ। ਸਾਰੇ ਸਹਿਮ ਚਿੰਤਾ ਝੋਰੇ ਪਰਮਾਤਮਾ ਨੇ ਉਹਨਾਂ ਦੇ ਖਤਮ ਹੀ ਕਰ ਦਿੱਤੇ। ਕੋਈ ਚਿੰਤਾ ਨਾ ਰਹੀ, ਕੋਈ ਝੋਰਾ ਨਾ ਰਿਹਾ। ਸਾਰੇ ਸਹਿਮ ਦੁੱਖ ਚਿੰਤਾ ਝੋਰੇ ਖਤਮ ਹੋ ਗਏ। ਕਿਵੇਂ ਹੋਏ, ਜਦੋਂ ਸੁੱਖਾਂ ਦਾ ਸਾਗਰ ਗੁਰੂ ਪਰਮੇਸ਼ਰ ਉਹਦੇ ਨਾਲ ਜੀਵ ਨੇ ਸਾਂਝ ਪਾ ਲਈ। ਤੋ ਸਾਹਿਬ ਕਿਰਪਾ ਕਰ ਰਹੇ ਨੇ, ਕਿਉਂਕਿ ਸ਼ਬਦ ਦੇ ਕੇਵਲ 2 ਹੀ ਬੰਦ ਨੇ। ਸਤਿਗੁਰੂ ਮਹਾਰਾਜ ਜੀ ਦੂਸਰੇ ਬੰਦ ਵਿੱਚ ਕਿਰਪਾ ਕਰਦੇ ਨੇ, ਪ੍ਰਭ ਕੀ ਅਕਥ ਕਹਾਣੀ। ਪ੍ਰਭੂ ਦੀ ਜਿਹੜੀ ਕਹਾਣੀ ਅਕਥ ਹੈ, ਅਕਥ ਮੈਨੇ ਹੁੰਦਾ ਬਿਆਨ ਨਾ ਕੀਤੀ ਜਾਣ ਵਾਲੀ, ਜਿਹਨੂੰ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ। ਪਰਮਾਤਮਾ ਦੇ ਬਾਰੇ, ਪਰਮੇਸ਼ਰ ਦੇ ਬਾਰੇ ਅਸੀਂ ਪੂਰਨ ਤੌਰ ਤੇ ਕੋਈ ਉਹਦੇ ਬਾਰੇ ਨਿਰਣਾ ਨਹੀਂ ਦੇ ਸਕਦੇ। ਸਾਹਿਬ ਜੀ ਕਹਿੰਦੇ ਉਹਨੂੰ ਪੂਰਨ ਤੌਰ ਤੇ ਕੋਈ ਵੀ ਬਿਆਨ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ। ਸਾਹਿਬ ਜੀ ਕਹਿੰਦੇ ਨੇ, ਨਾਨਕ ਕਥਨਾ ਕਰੜਾ ਸਾਰ। ਉਹਨੂੰ ਕਥਨ ਕਰਨਾ ਕੀ ਹੈ? ਸਾਹਿਬ ਜੀ ਕਹਿੰਦੇ ਸਾਰ ਦਾ ਮਤਲਬ ਹੈ ਲੋਹਾ। ਜਿਵੇਂ ਦੰਦਾਂ ਨਾਲ ਲੋਹਾ ਚਬਾਣਾ ਹੋਵੇ ਨਾ, ਇਸ ਤਰ੍ਹਾਂ ਦੀ ਗੱਲ ਹੈ ਪ੍ਰਭੂ ਪਰਮਾਤਮਾ ਦੇ ਬਾਰੇ ਕੁਝ ਬਿਆਨ ਕਰਨਾ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖਦੇ, ਸਾਹਿਬ ਜੀ ਕਹਿੰਦੇ ਨੇ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਇਉਂ ਹੈ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹਿਤੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਵੀ ਉਹ ਜਿਹੜੀ ਉਹਦਾ ਘਰ ਹੈ, ਜਿਹੜਾ ਜਦੋਂ ਜਿਨ੍ਹਾਂ ਭਗਤਾਂ ਨੂੰ ਉਸ ਦੇ ਬਾਰੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਈ, ਉਹ ਕਹਿਣ ਲੱਗੇ ਅਸੀਂ ਬਿਆਨ ਤਾਂ ਨਹੀਂ ਕਰ ਸਕਦੇ, ਨਾ ਉਹਦੀ ਪੂਰਨ ਤੌਰ ਤੇ ਵਡਿਆਈ ਕਰ ਸਕਦੇ ਹਾਂ, ਬਸ ਉੱਤੇ ਦੇਖਾ ਹੀ ਪ੍ਰਵਾਨ ਹੈ। ਜਿਹੜਾ ਉਹਦੇ ਨਾਲ ਸਾਂਝ ਪਾਉਂਦਾ ਹੈ ਉਹਨੂੰ ਹੀ ਪਤਾ ਚੱਲਦਾ ਹੈ। ਨਾ ਰੱਬ ਕੋਈ ਵਿਖਾਈ ਜਾਣ ਵਾਲੀ ਚੀਜ਼ ਹੈ, ਨਾ ਰੱਬ ਦੇ ਬਾਰੇ ਕੋਈ ਪੂਰਨ ਤੌਰ ਤੇ ਜੀਵ ਨਿਰਣਾ ਨਹੀਂ ਦੇ ਸਕਦਾ, ਕਿਉਂਕਿ ਉਹ ਅਕਥ ਹੈ। ਤੇ ਜਿਹੜੀ ਕਥਨ 'ਚ ਚੀਜ਼ ਆ ਜਾਵੇ ਉਹਦਾ ਅੰਤ ਪੈ ਜਾਂਦਾ ਹੈ। ਪਰ ਰੱਬ ਦਾ ਇਸੇ ਕਰਕੇ ਨਾ ਕੋਈ ਪਾਰਾਵਾਰ ਪਾਇਆ ਜਾ ਸਕਦਾ, ਨਾ ਉਹਦਾ ਕੋਈ ਅੰਤ ਪਾਇਆ ਜਾ ਸਕਦਾ, ਨਾ ਉਹਦਾ ਕੋਈ ਹੱਦ ਬੰਨਾ ਲੱਭਦਾ ਹੈ। ਸਾਹਿਬ ਜੀ ਕਹਿੰਦੇ ਨੇ ਉਹ ਪ੍ਰਭੂ ਪਰਮਾਤਮਾ ਅਕਥ ਹੈ, ਤੇ ਸਾਡੇ ਉਹ ਬੋਲਾਂ ਵਿੱਚ, ਸਾਡੇ ਸ਼ਬਦਾਂ ਦੇ ਵਿੱਚ ਅਸੀਂ ਉਹਨੂੰ ਪੂਰਨ ਤੌਰ ਤੇ ਕਥਨ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ। ਜਨ ਬੋਲਹਿ ਅੰਮ੍ਰਿਤ ਬਾਣੀ। ਪਰ ਪਰਮਾਤਮਾ ਬਾਰੇ ਜੇ ਅਸੀਂ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ, ਪਰ ਉਸ ਪਰਮਾਤਮਾ ਵਾਹਿਗੁਰੂ ਦੀ ਸਿਫਤ ਤਾਂ ਅਸੀਂ ਕਰ ਸਕਦੇ ਹਾਂ ਨਾ। ਉਹ ਜਿਹੜੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ, ਇਹ ਤਾਂ ਅਸੀਂ ਬੋਲ ਸਕਦੇ ਹਾਂ ਨਾ। ਸਾਹਿਬ ਜੀ ਨੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਾਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਇਹ ਇਤਨੀ ਪਿਆਰੀ ਬਾਣੀ ਹੈ, ਇਹ ਇਤਨੀ ਪਿਆਰੀ ਬਾਣੀ ਹੈ ਕਿ ਇਹਨੂੰ ਹਰ ਵੇਲੇ ਸਿੱਖ ਆਪਣੇ ਜੀਵਨ ਦਾ ਆਧਾਰ ਬਣਾਵੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ, ਅਸੀਂ ਵੀ ਇਸ ਬਾਣੀ ਤੋਂ ਬਿਨਾਂ ਜਿਉਂਦੇ ਨਹੀਂ ਹਾਂ। ਅਸੀਂ ਵੀ ਇਸ ਬਾਣੀ ਨੂੰ ਇੱਕ ਖਿਣ ਭਰ ਵੀ ਇਸ ਬਾਣੀ ਤੋਂ ਆਪਣਾ ਮਨ ਨਹੀਂ ਪਾਸੇ ਕਰਦੇ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਇਹ ਜਿਹੜੀ ਬਾਣੀ ਹੈ ਨਾ, ਅੰਮ੍ਰਿਤ ਧਾਰੀ ਬਾਣੀ, ਸਤਿਗੁਰੂ ਕਹਿੰਦੇ ਸਾਨੂੰ ਬੜੀ ਪਿਆਰੀ ਲੱਗਦੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ। ਦੇ ਗੁਰੂ ਨੇ ਨਿਮਖ ਜਿੰਨਾ ਸਮਾਂ ਵੀ ਆਪਣੇ ਮਨ ਤੋਂ ਪਾਸੇ ਇਸ ਬਾਣੀ ਨੂੰ ਨਹੀਂ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਖਿਨ ਰਮ ਗੁਰ ਗਮ ਹਰ ਦਮ, ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ। ਸਾਹਿਬ ਨੇ ਬਾਣੀ ਵਿੱਚ ਹੋਰ ਵੀ ਬਚਨ ਕਹੇ ਨੇ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੂੰ। ਸਾਹਿਬ ਜੀ ਕਹਿੰਦੇ ਗੁਰਬਾਣੀ ਹੀ ਮੇਰਾ ਜੀਵਨ ਦਾ ਆਸਰਾ ਹੈ, ਤੇ ਮੈਂ ਹਰ ਵੇਲੇ ਗੁਰਬਾਣੀ ਨਾਲ ਹੀ ਲੱਗਾ ਰਵਾਂ। ਸਾਹਿਬ ਜੀ ਕਹਿੰਦੇ ਨੇ, ਜਨ ਬੋਲਹਿ, ਜਨ ਤੋਂ ਭਾਵ ਹੈ ਉਹਦੇ ਸੇਵਕ, ਉਹਦੇ ਪਿਆਰੇ। ਉਹ ਬੋਲਦੇ ਨੇ, ਕੀ ਬੋਲਦੇ ਨੇ? ਅੰਮ੍ਰਿਤ ਬਾਣੀ, ਆਤਮਿਕ ਜੀਵਨ ਦੇਣ ਵਾਲੀ ਬਾਣੀ ਨੂੰ ਉਹ ਹਰ ਵੇਲੇ ਗਾਉਂਦੇ ਨੇ, ਹਰ ਵੇਲੇ ਸੁਣਦੇ ਪੜ੍ਹਦੇ ਨੇ,
ਤਾਂ ਸਾਹਿਬ ਜੀ ਕਹਿੰਦੇ ਨਾਨਕ ਦਾਸ ਵਖਾਣੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ 5ਵੇਂ ਸਰੂਪ ਵਿੱਚ ਕਹਿ ਰਹੇ ਨੇ, ਦਾਸ ਨਾਨਕ ਇਹ ਬਚਨ ਆਪ ਜੀ ਨੂੰ ਆਖ ਰਿਹਾ ਹੈ, ਕਹਿ ਰਿਹਾ ਹੈ, ਗੁਰ ਪੂਰੇ ਤੇ ਜਾਣੀ। ਭਈ ਪੂਰੇ ਗੁਰੂ ਤੋਂ ਹੀ ਇਹ ਗੱਲ ਜਾਣੀ ਜਾ ਸਕਦੀ ਹੈ ਕਿ ਉਹਦੀ ਜਿਹੜੀ ਕਹਾਣੀ ਅਕਥ ਹੈ, ਉਸ ਦੀ ਬਾਣੀ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲੀ ਹੈ। ਤੇ ਸਾਹਿਬ ਜੀ ਕਹਿੰਦੇ ਨੇ ਪੂਰੇ ਗੁਰੂ ਤੋਂ ਹੀ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਜਾਣਿਆ ਜਾ ਸਕਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਨ, ਸਾਨੂੰ ਵੀ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਦੇ ਬਾਰੇ ਸਮਝ ਲੱਗ ਜਾਏ। ਜਦੋਂ ਪਤਾ ਚੱਲ ਜਾਏਗਾ ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਸਭ ਜੀਵਾਂ ਦੀ ਸੰਭਾਲ ਕਰਨ ਵਾਲਾ ਹੈ, ਉਹਦੇ ਗੁਣ ਗਾਉਣ ਨਾਲ ਹਿਰਦੇ ਦੇ ਅੰਦਰ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ ਤੇ ਸਾਹਿਬ ਕਿਰਪਾ ਕਰਦੇ ਨੇ। ਫਿਰ ਉਸ ਦੇ ਗੁਣ ਗਾਉਣ ਦੇ ਨਾਲ ਪ੍ਰਭੂ ਪਰਮਾਤਮਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਜੀਵ ਦਾ ਮੁਖ ਉਜਲਾ ਕਰ ਦਿੰਦਾ ਹੈ। ਇਸੇ ਕਰਕੇ ਅਸੀਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਬਾਣੀ ਵਿੱਚੋਂ ਇਹ ਬਚਨ ਪੜ੍ਹਦੇ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ। ਸਾਹਿਬ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੜੇ ਜੀਵ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਦੇ ਨੇ, ਸਾਹਿਬ ਜੀ ਕਹਿੰਦੇ ਉਹ ਆਪਣਾ ਵੀ ਭਲਾ ਕਰ ਲੈਂਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਹੈ ਉਹ ਵੀ ਜਦੋਂ ਮਿਲ ਬੈਠ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਉਹਦੀ ਉਸਤਤ ਕਰਦੇ ਨੇ, ਸਾਹਿਬ ਜੀ ਕਹਿੰਦੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਲੋਕ ਪਰਲੋਕ ਸੁਖੀ ਹੋ ਜਾਂਦਾ ਹੈ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਨ ਦੇ ਨਾਲ। ਸ਼ਬਦ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਤਾਂ ਹੋ ਗਈਆਂ, ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਅਗਾਂਹ ਵਾਸਤੇ ਸਤਿਗੁਰੂ ਮਤ ਬੁੱਧ ਬਖਸ਼ਿਸ਼ ਕਰਨ। ਸਾਰੀ ਸੰਗਤ ਭੁੱਲਾਂ ਚੁੱਕਾਂ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।